Hello everyone. Today we are going to discuss chapter number 2 of optical fiber communication of ECE diploma. In this chapter we are going to discuss about the various types of optical fibers, cables and connectors used. Types of optical fibers. In the previous slide we have studied about what is optical fiber. Optical fiber is a very thin, transparent medium used for the transmission of signal from transmitter to the receiver. The material used for the core is silica or glass. All the signal penetrates through the core through the total internal reflection principle. Now, the signal which travels through the core either follows a single mode or a multi-mode, depending upon the type of wire construction. What is single mode? Before going for the single mode, let us define the definition of mode. Mode is the number of reflections caused by a signal during its transmission from the transmitter to the receiver end. ਮੋਡ ਕੀ ਹੁੰਦਾ ਵਾ ਜਿੰਨੀ ਵਾਰ ਸਿਗਨਲ ਆਪਣਾ ਰਿਫਲੈਕਟ ਹੁੰਦਾ ਵਾ ਜਿਵੇਂ ਆਪਾਂ ਪਿੱਛੇ ਪੜਿਆ ਵਾ ਕਿ ਟੋਟਲ ਇੰਟਰਨਲ ਰਿਫਲੈਕਸ਼ਨ ਦੇ ਵਿੱਚ ਸਿਗਨਲ ਆ ਜਿਹੜਾ ਉਹ ਮਲਟੀਪਲ ਟਾਈਮਸ ਰਿਫਲੈਕਟ ਹੋ ਕੇ ਟਰਾਂਸਮਿਟਰ ਦੇ ਤੋਂ ਰਿਸੀਵਰ ਐਂਡ ਤੱਕ ਪਹੁੰਚਦਾ ਵਾ ਸਿਮਿਲਰਲੀ ਸਿੰਗਲ ਮੋਡ ਹੋ ਗਿਆ ਜਦੋਂ ਇੱਕ ਵਾਰ ਰਿਫਲੈਕਸ਼ਨ ਹੋਊਗੀ ਜਦੋਂ ਸਿਰਫ ਇੱਕ ਸਿਗਨਲ ਟਰਾਂਸਮਿਟ ਹੋਊਗਾ ਥਰੂ ਦ ਵਾਇਰ ਉਹਨੂੰ ਕਹਾਂਗੇ ਸਿੰਗਲ ਮੋਡ और जो मल्टीपल टाइम्स रिफ्लैक्शंस होणगियां उन्होंने कहते हैं मल्टी मोड्स सिंगल मोड दे विच यूज ऑफ सिंगल फ्रीक्वेंसी सिग्नल ही ट्रांसमिट करूगा क्योंकि इक्को ही सिग्नल ट्रांसमिट कर सकदा ते वो सिंगल फ्रीक्वेंसी दा ही हो सकदा इहनूं कित्थे यूज करदे आ फॉर ग्रेट डिस्टेंसेस ते हाई स्पीड ते डाटा ट्रांसफर करन लई सिंगल मोड फाइबर आ जिहड़ी वो यूज हुंदी है मल्टी मोड आ जिहड़ी ओहदे विच मल्टीपल ट्रांसमिशनस हुंदियां ने मल्टी मोड दे विच ਮਲਟੀਪਲ ਫ੍ਰੀਕੁਐਂਸੀ ਸਿਗਨਲਸ ਨੇ ਜਿਹੜੇ ਉਹ ਟਰੈਵਲ ਕਰਦੇ ਨੇ ਪਰ ਜਿਵੇਂ ਜਿਵੇਂ ਸਿਗਨਲਸ ਟਰੈਵਲ ਕਰਦੇ ਆ ਜਿਵੇਂ ਜਿਵੇਂ ਪ੍ਰੋਪਗੇਸ਼ਨ ਆਫ ਸਿਗਨਲ ਹੁੰਦਾ ਵਾ ਰਿਫਲੈਕਸ਼ਨਸ ਹੁੰਦੀਆਂ ਨੇ ਉਵੇਂ ਉਵੇਂ ਸਿਗਨਲ ਸਟਰੈਂਥ ਆ ਜਿਹੜੀ ਉਹ ਵੀਕ ਹੁੰਦੀ ਜਾਂਦੀ ਹੈ ਕਿਉਂਕਿ ਕਦੇ ਵੀ ਆਪਾਂ ਸਿਗਨਲ ਜਿਹੜਾ ਰਿਫਲੈਕਟ ਹੁੰਦਾ ਵਾ ਰਿਫਲੈਕਸ਼ਨ ਟਾਈਮ ਤੇ ਕੁਝ ਸਿਗਨਲ ਸਟਰੈਂਥ ਆ ਜਿਹੜੀ ਉਹ ਹਮੇਸ਼ਾ ਵੀਕ ਹੁੰਦੀ ਜਾਂਦੀ ਆ ਇਹਦੇ ਨਾਲ ਸਪੀਡ ਤੇ ਸਟਰੈਂਥ ਆਫ ਸਿਗਨਲ ਆ ਜਿਹੜੀ ਉਹ ਵੀਕ ਹੁੰਦੀ ਆ ਨੈਕਸਟ ਇਜ਼ ਇਫ ਯੂ ਕੈਨ ਸੀ ਸਿੰਗਲ ਮੋਡ ਦੇ ਵਿੱਚ ਸਿੰਗਲ ਸਿਗਨਲ ਜਾ ਰਿਹਾ ਔਰ ਮਲਟੀਪਲ ਦੇ ਵਿੱਚ ਮਲਟੀਪਲ ਟ੍ਰਾਂਜੈਕਸ਼ਨਸ ਹੋ ਰਹੀਆਂ ਨੇ ਸਿਗਨਲ ਦੀਆਂ many pulses of light generated by LED travel at different angles ਮਲਟੀ ਮੋਡ ਦੇ ਵਿੱਚ different frequencies travel ਹੋ ਰਹੀਆਂ ਨੇ same time ਤੇ ਔਰ ਹਰ ਇੱਕ ਦੀ ਸਿਗਨਲ ਦੀ ਜਿਹੜੀ ਐਂਗਲ ਆ ਆਫ ਟ੍ਰਾਂਸਮਿਸ਼ਨ ਐਂਟਰ ਕਰਨ ਦਾ ਫਾਈਬਰ ਦੇ ਵਿੱਚ ਜਿਹੜਾ ਐਂਟਰ ਕਰਨ ਦਾ ਐਂਗਲ ਆ ਉਹ ਹਰ ਇੱਕ ਦਾ ਡਿਫਰੈਂਟ ਆ as compared to the single ਦੇ ਵਿੱਚ ਸਿਰਫ ਇੱਕ ਸਿਗਨਲ ਟਰੈਵਲ ਹੋ ਰਿਹਾ ਔਰ ਇੱਕ ਸਿਗਨਲ ਆ ਜਿਹੜਾ ਉਹ ਇੱਕੋ ਹੀ ਐਂਗਲ ਤੇ ਇੱਕ ਪ੍ਰੀਸਾਈਜ਼ਡ ਐਂਗਲ ਤੇ ਐਂਟਰ ਕਰੂਗਾ this is the example of single core and multi core coaxial cables ਸਿੰਗਲ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਸਿਰਫ ਇੱਕ ਵਾਇਰ ਆ ਸੈਂਟਰ ਦੇ ਵਿੱਚ ਕਿਉਂਕਿ ਪੂਰਾ ਸਿਗਨਲ ਇੱਕੋ ਹੀ ਸਿਗਨਲ ਟਰੈਵਲ ਕਰੂਗਾ ਫॉर एग्जांपल ਜਿਹੜੀ ਆਪਣੀਆਂ ਕੇਬਲ ਦੀਆਂ ਤਾਰਾਂ ਹੋ ਗਈਆਂ that is a example of single mode ਔਰ ਜੇ ਆਪਾਂ ਲਾਈਏ ਵੀ ਜਿਹਦੇ ਵਿੱਚ ਤੁਹਾਨੂੰ ਕਾਫੀ ਸਾਰੀਆਂ ਵਾਇਰਸ ਦਿਖਦੀਆਂ ਨੇ that is a multi core ਜਿਹਦੇ ਵਿੱਚ ਮਲਟੀਪਲ ਵਾਇਰਸ ਨੇ ਔਰ ਮਲਟੀਪਲ ਵਾਇਰਸ ਦਾ ਕੰਮ ਇਹ ਹੈ ਕਿ ਹਰ ਇੱਕ ਵਾਇਰ ਦੇ ਵਿੱਚੋਂ ਡਿਫਰੈਂਟ ਫ੍ਰੀਕੁਐਂਸੀ ਦਾ ਸਿਗਨਲ ਆ ਜਿਹੜਾ ਉਹ ਟ੍ਰਾਂਸਮਿਟ ਹੋਊਗਾ ਨੈਕਸਟ ਇਜ਼ ਆਪਟੀਕਲ ਫਾਈਬਰ ਕੇਬਲਸ ਆਪਟੀਕਲ ਫਾਈਬਰ ਕੇਬਲਸ ਜਿਹੜੀਆਂ ਮੋਸਟਲੀ ਯੂਜ਼ ਹੁੰਦੀਆਂ ਨੇ ਉਹ ਹੈਗੀ ਹੈ ਇੱਕ ਤਾਂ ਟਾਈਟ ਬਫਰ ਜਿਹਨੂੰ ਜ਼ਿਪ ਕਾਰਡ ਵੀ ਕਹਿ ਦਿੰਦੇ ਆ ਜ਼ਿਪ ਕਾਰਡ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਬਹੁਤ ਦੋ ਵਾਇਰਸ ਨੇ ਦੋਨੋਂ ਅੱਡ-ਅੱਡ ਨੇ ਔਰ ਪ੍ਰੋਪਰਲੀ ਇਨਸੂਲੇਟਡ ਨੇ ਨੈਕਸਟ ਇਜ਼ ਡਿਸਟ੍ਰੀਬਿਊਸ਼ਨ ਮੀਨਸ ਜਿਹਦੀ ਇੱਕ ਸਿੰਗਲ ਮੇਨ ਵਾਇਰ ਦੇ ਵਿੱਚ ਮਲਟੀਪਲ ਵਾਇਰਸ ਹੋਣ ਡਿਸਟ੍ਰੀਬਿਊਸ਼ਨ ਦੇ ਵਿੱਚ ਕੀ ਆ ਮਲਟੀਪਲ ਵਾਇਰਸ ਨੇ ਜਿਹੜੀਆਂ ਉਹ ਇਨਸੂਲੇਟ ਕਰਕੇ ਪ੍ਰੈਜ਼ੈਂਟ ਨੇ ਨੈਕਸਟ ਇਜ਼ ਲੂਜ਼ ਟਿਊਬ ਦੇ ਵਿੱਚ ਕੀ ਹੁੰਦਾ ਪ੍ਰੋਪਰ ਇਨਸੂਲੇਸ਼ਨ ਮਟੀਰੀਅਲ ਆ ਜਿਹੜਾ ਉਹ ਇਨਸਰਟ ਕੀਤਾ ਜਾਂਦਾ ਸਰਾਊਂਡਿੰਗਸ ਤੇ ਤਾਂ ਕਿ ਜਿਹੜਾ ਕੋਰ ਦੇ ਵਿੱਚ ਸਿਗਨਲ ਜਾ ਰਿਹਾ ਉਹ ਲਾਸ ਨਾ ਹੋਵੇ ਇਟ ਇਜ਼ only a single core ਵਾਲਾ ਲੂਜ਼ ਟਿਊਬਸ ਹੁੰਦੀਆਂ ਨੇ ਨੈਕਸਟ ਇਜ਼ ਟਾਈਟ ਬਫਰ ਬ੍ਰੇਕਆਊਟ ਮਤਲਬ ਹਰ ਇੱਕ ਵਾਇਰ ਟਾਈਟ ਬਫਰਡ ਆ
पर हर एक मल्टीपल वायर्स ने ਜਿਹੜੀਆਂ ਉਹ ਇੱਕ ਸਿੰਗਲ ਵਾਇਰ ਦੇ ਵਿੱਚ ਪੈਕਡ ਨੇ। Let us discuss in detail the tight buffered cable. ਟਾਈਟ ਬਫਰਡ ਕੇਬਲ ਕੀ ਹੁੰਦੀ ਆ? ਟਾਈਟ ਬਫਰਡ ਕੇਬਲ ਦੇ ਵਿੱਚ ਜੇ ਤੁਸੀਂ ਡਾਇਗਰਾਮ ਨੂੰ ਧਿਆਨ ਨਾਲ ਦੇਖੋ ਤਾਂ ਮਲਟੀਪਲ ਕਲਰ ਕੋਡਡ 900 ਮਾਈਕਰੋਮੀਟਰ ਦੀਆਂ ਫਾਈਬਰਸ ਨੇ ਜਿਹੜੇ ਉਹ ਟਾਈਟਲੀ ਪੈਕ ਕੀਤੇ ਜਾਂਦੇ ਆ ਇਨ ਅ ਕੰਪੈਕਟ ਕੇਬਲ ਸਟਰਕਚਰ। ਇੱਕ ਕੇਬਲ ਸਟਰਕਚਰ ਦੇ ਵਿੱਚ ਮਲਟੀਪਲ ਵਾਇਰਸ ਨੂੰ ਪੈਕ ਕੀਤਾ ਜਾਂਦਾ ਵਾ। ਜੇ ਤੁਸੀਂ ਡਿਟੇਲ ਡਿਸਕ੍ਰਿਪਸ਼ਨ ਚ ਦੇਖੋ ਤਾਂ ਡਿਟੇਲ ਆਪਣੇ ਕੋਲ ਕੀ ਆ, ਇੱਕ ਆਹ ਵਾਲੀ ਵਾਇਰ ਆ, ਇੱਕ ਆਹ ਵਾਲੀ ਵਾਇਰ ਆ, ਇੱਕ ਆਹ ਵਾਲੀ ਆ। ਇਸ ਤਰੀਕੇ ਨਾਲ ਆਪਣੇ ਕੋਲ 6 ਵਾਇਰਸ ਨੇ ਔਰ ਸੈਂਟਰ ਦੇ ਵਿੱਚ ਵਾਇਰ ਨਹੀਂ ਹੈਗੀ, ਸੈਂਟਰ ਦੇ ਵਿੱਚ ਇਨਸੂਲੇਸ਼ਨ ਜਾਂ ਇਹਨੂੰ ਤੁਸੀਂ ਕਹਿ ਸਕਦੇ ਹੋ ਵੀ ਇਹਨਾਂ ਨੂੰ ਆਪਸ ਚ ਡਿਸਟ੍ਰੀਬਿਊਟ ਕਰਨ ਲਈ ਇੱਕ ਰੋਡ ਯੂਜ਼ ਕੀਤੀ ਗਈ ਆ ਤਾਂ ਕਿ ਇਹ ਸਾਰੇ ਇੱਕ ਦੂਜੇ ਤੋਂ ਡਿਸਟ੍ਰੀਬਿਊਟਡ ਰਹਿਣ। ਇਹਦਾ ਫਾਇਦਾ ਇਹ ਆ ਕਿ ਹਰ ਇੱਕ ਵਾਇਰ ਦੇ ਵਿੱਚੋਂ ਅੱਡ-ਅੱਡ ਫ੍ਰੀਕੁਐਂਸੀ ਦਾ ਸਿਗਨਲ ਆ ਜਿਹੜਾ ਉਹ ਟਰੈਵਲ ਕਰ ਸਕਦਾ ਔਰ ਇੱਕ ਦੂਜੇ ਦੇ ਵਿੱਚ ਕੋਈ ਵੀ ਇੰਟਰਫੇਰੈਂਸ ਨਹੀਂ ਹੁੰਦੀ। ਇਹ ਯੂਜ਼ ਕਿੱਥੇ ਹੁੰਦੀਆਂ ਨੇ? ਟਾਈਟ ਬਫਰ ਕੇਬਲਸ ਆ ਜਿਹੜੀਆਂ ਇਟ ਇਜ਼ ਯੂਜ਼ਡ ਟੂ ਕਨੈਕਟ ਆਊਟਸਾਈਡ ਪਲਾਂਟ ਕੇਬਲਸ। ਜਿਹੜੀਆਂ ਘਰਾਂ ਦੇ ਬਾਹਰ ਆਪਾਂ ਕੋਈ ਬਿਜਲੀ ਦਾ ਕਨੈਕਸ਼ਨ ਕਰਨਾ ਵਾ ਜਾਂ ਬਾਹਰੋਂ ਬਾਹਰ ਆਪਾਂ ਕੇਬਲ ਕਨੈਕਸ਼ਨ ਪ੍ਰੋਵਾਈਡ ਹੁੰਦਾ ਵਾ, ਜਿਹੜਾ ਅੱਜ ਕੱਲ ਤੁਹਾਡਾ ਇੰਟਰਨੈਟ ਫੈਸਿਲਿਟੀਜ਼ ਦੇ ਵਿੱਚ ਕਨੈਕਸ਼ਨ ਇਸਟੈਬਲਿਸ਼ ਹੁੰਦਾ ਵਾ, ਉੱਥੇ ਟਾਈਟ ਬਫਰਡ ਕੇਬਲਸ ਯੂਜ਼ ਹੁੰਦੇ ਨੇ ਆਊਟਡੋਰ ਐਪਲੀਕੇਸ਼ਨਸ ਦੇ ਲਈ। ਇਹਦੇ ਸਟਰਕਚਰ ਦੇ ਵਿੱਚ ਕੀ ਆ? ਇੱਕ ਤਾਂ ਹੈਗਾ ਮਲਟੀਪਲ 900 ਮਾਈਕਰੋਮੀਟਰ ਦੀਆਂ ਟਾਈਟ ਬਫਰਡ ਕੇਬਲਸ ਯੂਜ਼ ਕੀਤੀਆਂ ਜਾਂਦੀਆਂ ਨੇ ਜਿਹਦੇ ਸੈਂਟਰ ਦੇ ਵਿੱਚ ਸਟਰੈਂਥ ਮੈਂਬਰ ਪਲੇਸ ਕੀਤਾ ਜਾਂਦਾ। ਸਟਰੈਂਥ ਮੈਂਬਰ ਮੀਨਸ ਜਿਹੜਾ ਇਹਨਾਂ ਨੂੰ ਇੱਕ ਜਗ੍ਹਾ ਤੇ ਵੀ ਫਿਕਸ ਰੱਖਦਾ ਵਾ ਔਰ ਸਾਰਿਆਂ ਨੂੰ ਇੱਕ ਦੂਜੇ ਤੋਂ ਇਨਸੂਲੇਟ ਵੀ ਕਰਦਾ ਵਾ। ਨੈਕਸਟ ਇਜ਼ ਆਰਮਡ ਯਾਰਨ। The most important thing is armed yarn। ਇਹ ਇੱਕ ਜਿਹਨੂੰ ਆਪਾਂ ਕਹਿੰਦੇ ਆ ਵੈਕਸ ਟਾਈਪ ਦਾ ਵਾਈਟ ਕਲਰ ਦਾ ਲਿਕਵਿਡ ਹੁੰਦਾ ਵਾ ਜਿਹੜਾ ਪਲੇਸ ਕੀਤਾ ਜਾਂਦਾ ਵਾ ਤਾਂ ਕਿ ਇਹਦੀ ਫਿਜ਼ੀਕਲ ਪ੍ਰੋਟੈਕਸ਼ਨ ਹੋ ਸਕੇ from environment and ਇੱਕ ਦੂਜੇ ਦੇ ਸਿਗਨਲ ਟਰੈਵਲ ਤੋਂ। ਠੀਕ ਹੈ। ਨੈਕਸਟ ਇਜ਼ ਆਊਟਰ ਜੈਕਟ। ਆਊਟਰ ਜੈਕਟ ਤਾਂ ਜਿਹੜਾ ਆਪਾਂ ਬਿਲਕੁਲ ਬਾਹਰ ਯੂਜ਼ ਕੀਤਾ ਜਾਂਦਾ ਵਾ, ਬਿਲਕੁਲ ਆਊਟਰ ਸਰਫੇਸ ਤੇ ਜਿਹੜੀ ਕੇਬਲ ਆਪਾਂ ਨੂੰ ਵਿਜ਼ੀਬਲ ਆ। Next type of cable is loose tube cable। loose tube cables ਕੀ ਹੁੰਦੀਆਂ ਨੇ? loose tube ਦੇ ਵਿੱਚ 250 ਮਾਈਕਰੋਮੀਟਰ ਦੀਆਂ ਕੋਟਡ ਫਾਈਬਰਸ ਹੁੰਦੀਆਂ ਨੇ। ਅੱਡ-ਅੱਡ ਕਲਰ ਕੋਡਡ ਦੇ ਨਾਲ ਇਹਨਾਂ ਨੂੰ ਯੂਜ਼ ਕੀਤਾ ਜਾਂਦਾ। ਮਤਲਬ ਮਲਟੀਪਲ ਟਾਈਟ ਬਫਰਡ ਕੇਬਲਸ ਨੂੰ ਆਪਾਂ ਇੱਕ ਕੇਬਲ ਦੇ ਵਿੱਚ ਪਲੇਸ ਕਰੀਏ, that is a loose tube cable। ਇਹ ਆਈਸੋਲੇਟ ਕਰਦੀਆਂ ਨੇ ਫਾਈਬਰ ਨੂੰ ਫਰੋਮ ਕੇਬਲ ਸਟਰਕਚਰ ਤੋਂ ਔਰ ਇਹ ਯੂਜੂਅਲੀ ਉਹਦੇ ਵਿੱਚ ਆਪਾਂ ਆਰਮਡ yarn ਫਿਲ ਕੀਤਾ ਸੀਗਾ ਟਾਈਟ ਬਫਰ ਦੇ ਵਿੱਚ, ਪਰ ਲੂਜ਼ ਟਿਊਬ ਦੇ ਵਿੱਚ ਫਿਲਿੰਗ ਹੁੰਦੀ ਆ ਜੈਲ ਟਾਈਪ ਕੰਪਾਊਂਡ ਦੀ ਤਾਂ ਕਿ ਜਿਹੜਾ ਮੋਇਸਚਰ ਆ ਉਹ ਹੋਲੋ ਟਿਊਬਸ ਦੇ ਵਿੱਚੋਂ ਬਾਹਰ ਹੀ ਰਵੇ, ਜਿਹੜੀਆਂ ਅੰਦਰ ਵਾਇਰਸ ਯੂਜ਼ ਕੀਤੀਆਂ ਨੇ ਉਹਦੇ ਤੇ ਕੋਈ ਵੀ ਇਫੈਕਟ ਨਾ ਕਰੇ। ਇਹਦੇ ਸਟਰਕਚਰ ਦੇ ਵਿੱਚ ਆਪਣੇ ਕੋਲ ਕੀ ਆ? ਸਭ ਤੋਂ ਆਊਟਰ ਤੇ ਵਿਟਾ, that is the outer jacket। next is a small fibers ਨੇ। tube filling compound ਆ। tube filling compound means ਜਿਹੜਾ gel type compound use ਕੀਤਾ ਵਾ। loose tubes ਨੇ ਮਤਲਬ basically loose tubes ਦੇ ਵਿੱਚ ਹੁੰਦੀਆਂ ਕਾਫੀ ਸਾਰੀਆਂ multiple tight buffered cables ਨੂੰ ਆਪਾਂ ਇੱਕ ਵੱਡੀ ਕੇਬਲ ਦੇ ਵਿੱਚ ਪਲੇਸ ਕੀਤਾ ਜਾਂਦਾ, ਜਿਹੜੀ ਉਹ ਮੋਟੀ ਬਲੈਕ ਕੇਬਲਸ ਹੁੰਦੀਆਂ ਨੇ ਉਹ। ਸਟਰੈਂਥ ਮੈਂਬਰ ਸਭ ਦੇ ਸੈਂਟਰ 'ਚ ਹੁੰਦਾ। ਸਟਰੈਂਥ ਮੈਂਬਰ ਦਾ ਕੰਮ ਇਹ ਹੁੰਦਾ ਵੀ ਇੱਕ ਦੂਜੇ ਨੂੰ, ਇੱਕ ਤਾਂ ਇਹਨਾਂ ਨੂੰ ਇੱਕ ਜਗ੍ਹਾ ਤੇ ਹੋਲਡ ਕਰਕੇ ਰੱਖਦਾ ਐਂਡ ਇੱਕ ਦੂਜੇ ਨੂੰ ਇੱਕ ਦੂਜੇ ਤੋਂ ਆਈਸੋਲੇਟ ਕਰਕੇ ਰੱਖਦਾ। ਮਤਲਬ ਇੱਕ ਜਗ੍ਹਾ ਤੇ ਪੂਰਾ ਫਿਕਸ, ਕਿਉਂਕਿ ਮਲਟੀਪਲਸ ਨੇ, ਇਹ ਨਹੀਂ ਹੋਵੇ ਕੋਈ ਤਾਰ ਕਿਤੇ ਘੁੰਮ ਰਹੀ ਹੈ ਕੋਈ ਕਿਤੇ, ਸੋ ਇੱਕ ਜਗ੍ਹਾ ਤੇ ਪੂਰਾ ਫਿਕਸ ਸਟਰਕਚਰ ਫਾਰਮ ਕਰਨ ਦਾ ਕੰਮ ਆ ਜਿਹੜਾ ਉਹਦੇ ਵਿੱਚ ਸੈਂਟਰਲ ਸਟਰੈਂਥ ਮੈਂਬਰ ਆ ਜਿਹੜਾ ਉਹ ਹੈਲਪ ਕਰਦਾ। ਓਕੇ, ਨੈਕਸਟ ਇਜ਼ ਸਪਲਾਈਸਿਸ ਐਂਡ ਕਨੈਕਟਰਸ। ਸਪਲਾਈਸਿਸ ਕੀ ਹੁੰਦੇ ਆ? ਸਪਲਾਈਸਿਸ ਹੁੰਦੇ ਆ the connecting technique of two optical fiber cables। ਦੋ optical fiber cables ਨੂੰ ਕਨੈਕਟ ਕਰਨ ਦੀ ਟੈਕਨੀਕ ਨੂੰ ਕਹਿੰਦੇ ਆ ਸਪਲਾਈਸਿੰਗ। ਸਪਲਾਈਸਿੰਗ ਹੈ ਜਿਹੜੀ ਉਹ ਮਕੈਨੀਕਲੀ ਵੀ ਹੋ ਸਕਦੀ ਹੈ ਜਾਂ ਫਿਊਜ਼ਨ ਨਾਲ ਵੀ ਹੋ ਸਕਦੀ ਹੈ ਔਰ ਸਪਲਾਈਸਿੰਗ ਬਹੁਤ ਇੰਪੋਰਟੈਂਟ ਪਾਰਟ ਆ ਆਪਟੀਕਲ ਫਾਈਬਰ ਦਾ, ਕਿਉਂਕਿ ਜੇ ਪ੍ਰੋਪਰ
ਕਨੈਕਸ਼ਨ ਨਹੀਂ ਜੁੜੂਗਾ, ਦੋ ਆਪਟੀਕਲ ਫਾਈਬਰਸ ਪ੍ਰੋਪਰਲੀ ਨਹੀਂ ਜੁੜਨਗੀਆਂ ਤਾਂ ਇਹਦੇ ਨਾਲ ਲਾਸ ਆਫ ਸਿਗਨਲ ਹੋ ਸਕਦਾ। ਜੇ ਤੁਹਾਨੂੰ ਯਾਦ ਹੋਵੇ ਤਾਂ ਆਪਾਂ ਡਿਸਐਡਵਾਂਟੇजेस ਆਫ ਆਪਟੀਕਲ ਫਾਈਬਰ ਦੇ ਵਿੱਚ ਇਹ ਪੁਆਇੰਟ ਕੀਤਾ ਸੀਗਾ ਕਿ ਆਪਟੀਕਲ ਫਾਈਬਰ ਦਾ ਸਭ ਤੋਂ ਵੱਡਾ ਡਿਸਐਡਵਾਂਟੇਜ ਇਹ ਆ ਕਿ ਇਹਨੂੰ ਕਨੈਕਟ ਕਰਨਾ ਬਹੁਤ ਪ੍ਰੀਸਾਈਜ਼ਲੀ ਪੈਂਦਾ ਵਾ। ਬਹੁਤ ਹੀ ਕੋਈ ਸਕਿਲਡ ਪਰਸਨ ਆ ਜਿਹੜਾ ਹਾਈਲੀ ਸਕਿਲਡ ਪਰਸਨ ਜਿਹਨੂੰ ਆਪਟੀਕਲ ਫਾਈਬਰ ਪ੍ਰੋਪਰਲੀ ਕਨੈਕਟ ਕਰਨੀ ਆਉਂਦੀ ਹੋਵੇ, ਸਿਰਫ ਉਹੀ ਇਹਨੂੰ ਕਨੈਕਟ ਕਰ ਸਕਦਾ। ਸੋ ਅ ਵੈਰੀ ਐਕੂਰੇਟ ਅਲਾਈਨਮੈਂਟ ਨੈਸੈਸਰੀ ਆ। ਐਂਡ ਹਾਂ, ਇਹਦੀ ਸਪਲਾਈਸਿੰਗ ਦਾ ਕਾਸਟ ਆ ਜਿਹੜੀ ਉਹ ਹਾਈ ਹੁੰਦੀ ਆ, ਬਟ ਨਾਓ ਅ ਡੇਜ਼ ਸਪਲਾਈਸਿੰਗ ਨੂੰ ਰਿਪਲੇਸ ਕੀਤਾ ਗਿਆ ਵਾ ਵਿਦ ਦ ਆਪਟੀਕਲ ਐਂਪਲੀਫਾਇਰਸ। ਨੈਕਸਟ ਇਜ਼ ਕਨੈਕਟਰਸ। ਕਨੈਕਟਰਸ ਹੁੰਦੇ ਆ ਜਿਹੜੇ ਆਪਟੀਕਲ ਫਾਈਬਰ ਨੂੰ ਕਿਸੇ ਡਿਵਾਈਸ ਨਾਲ ਕਨੈਕਟ ਕਰਦੇ ਆ। ਸਪਲਾਈਸਿੰਗ ਹੁੰਦੀ ਆ ਦੋ ਆਪਟੀਕਲ ਫਾਈਬਰਸ ਨੂੰ ਕਨੈਕਟ ਕਰਨਾ, ਜੁਆਇੰਟਸ ਨੂੰ ਕਨੈਕਟ ਕਰਨਾ। ਕਨੈਕਟਰਸ ਹੁੰਦੇ ਆ ਆਪਟੀਕਲ ਫਾਈਬਰ ਨੂੰ ਕਿਸੇ ਡਿਵਾਈਸ ਨਾਲ ਕਨੈਕਟ ਕਰਨਾ। This is types of splicing. First is mechanical. Mechanical ਦੇ ਵਿੱਚ ਦੋ optical fibers ਨੂੰ connect ਕਰਨ ਲਈ ਕੋਈ mechanical device use ਕੀਤਾ ਜਾਂਦਾ ਵਾ। For example, ਜਿਵੇਂ ਆਪਾਂ ਦੋ wires ਨੂੰ connect ਕਰਨਾ ਤਾਂ ਆਪਾਂ ਕੋਈ ਵੀ mechanical joint ਕਰਨ ਵਾਲਾ equipment ਆ ਜਿਹੜਾ ਉਹ use ਕਰ ਲਈਏ। ਇਹਦੇ ਨਾਲ ਕੀ ਹੁੰਦਾ, ਹੋਲਡ ਕਰ ਲੈਂਦਾ ਦੋ precise fiber ends ਨੂੰ precisely। ਸੈਕੰਡ ਟਾਈਪ ਹੈਗਾ ਫਿਊਜ਼ਨ। ਫਿਊਜ਼ਨ ਹੁੰਦਾ ਜਿਵੇਂ ਵੈਲਡਿੰਗ ਕਰਨੀ, ਜਿਵੇਂ ਆਪਾਂ ਦੋ ਜੁਆਇੰਟਸ ਨੂੰ, ਦੋ ਲੋਹੇ ਦੇ ਪੀਸਸ ਨੂੰ ਜੁਆਇਨ ਕਰਦੇ ਆ ਬਾਈ ਯੂਜ਼ਿੰਗ ਵੈਲਡਿੰਗ। ਸਿਮਿਲਰਲੀ ਫਿਊਜ਼ਨ ਸਪਲਾਈਸਿੰਗ ਹੁੰਦੀ ਹੈ। ਫਿਊਜ਼ਨ ਸਪਲਾਈਸਿੰਗ ਦੇ ਵਿੱਚ ਟੂ ਫਾਈਬਰ ਐਂਡਸ ਨੂੰ ਇੱਕ ਦੂਜੇ ਨਾਲ ਫਿਊਜ਼ ਕਰਕੇ ਔਰ ਵੈਲਡਿੰਗ ਕਰਕੇ ਜੁਆਇਨ ਕੀਤਾ ਜਾਂਦਾ ਵਾ। ਇਹਦੇ ਵਿੱਚ ਯੂਜ਼ਿੰਗ ਹੀਟ ਜਾਂ ਇਲੈਕਟ੍ਰਿਕ ਆਰਕ ਯੂਜ਼ ਕੀਤੀ ਜਾਂਦੀ ਆ ਔਰ ਦੋ ਫਾਈਬਰਸ ਨੇ ਜਿਹੜੇ ਜਦੋਂ ਸਪਲਾਈਸ ਹੋ ਜਾਂਦੇ ਆ ਤਾਂ ਉਹ ਪਰਮਾਨੈਂਟਲੀ ਕਨੈਕਟ ਹੋ ਜਾਂਦੇ ਆ। ਹਾਲਾਂਕਿ ਮਕੈਨੀਕਲ ਸਪਲਾਈਸਿੰਗ ਦੇ ਵਿੱਚ ਜਦੋਂ ਆਪਣਾ ਚਾਹੀਏ ਤਾਂ ਆਪਾਂ ਉਹ ਦੋਨੋਂ ਫਾਈਬਰਸ ਅੱਡ ਕਰ ਸਕਦੇ ਹਾਂ, ਕਿਉਂਕਿ ਆਪਾਂ ਮਕੈਨੀਕਲ ਡਿਵਾਈਸ ਦੇ ਵਿੱਚ ਯੂਜ਼ ਕੀਤੇ, ਉਹ ਪਰਮਾਨੈਂਟਲੀ ਫਿਕਸ ਨਹੀਂ ਹੋਏ ਹੈਗੇ। ਨੈਕਸਟ ਇਜ਼ ਕੋਐਕਸੀਅਲ ਕੇਬਲ। ਕੋਐਕਸੀਅਲ ਕੇਬਲ ਆ ਜਿਹੜੀ ਉਹ ਕੇਬਲਸ ਦੇ ਵਿੱਚ ਟੀਵੀ ਟਰਾਂਸਮਿਸ਼ਨਸ ਵਗੈਰਾ ਦੇ ਵਿੱਚ ਯੂਜ਼ ਕੀਤੀ ਜਾਂਦੀ ਆ, ਨੈਟਵਰਕ ਇੰਪਲੀਮੈਂਟੇਸ਼ਨਸ ਦੇ ਵਿੱਚ ਯੂਜ਼ ਕੀਤੀ ਜਾਂਦੀ ਆ। ਇਹਨੂੰ ਇਨਸੂਲੇਸ਼ਨ, ਗਰਾਊਂਡ ਇਨਸੂਲੇਸ਼ਨ ਔਰ ਮੇਨ ਵਾਇਰਸ ਦੀ ਤਰ੍ਹਾਂ ਤੇ ਯੂਜ਼ ਕਰ ਸਕਦੇ ਹਾਂ। ਇਹਦੇ ਸੈਂਟਰ ਦੇ ਵਿੱਚ ਕੀ ਹੁੰਦਾ, ਕੰਡਕਟਰਸ, ਆਲੇ ਦੁਆਲੇ ਫੋਇਲ ਸ਼ੀਲਡ ਹੁੰਦੀ ਆ। ਫॉर ਐਗਜ਼ਾਮਪਲ ਕੋਐਕਸੀਅਲ ਕੇਬਲ ਇਜ਼ ਦ ਬੈਸਟ ਐਗਜ਼ਾਮਪਲ ਆਫ ਟੀਵੀ ਕੇਬਲ। ਜਿਹੜੀਆਂ ਟੀਵੀ ਦੀਆਂ ਕੇਬਲ ਵਾਲੀਆਂ ਤਾਰਾਂ ਹੁੰਦੀਆਂ ਨੇ, ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਆਊਟਰ ਤੇ ਜੈਕਟ ਹੁੰਦੀ ਹੈ ਬਲੈਕ ਕਲਰ ਦੀ, ਫਿਰ ਇੱਕ ਸਿਲਵਰ ਕਲਰ ਦੀ ਜਾਲ ਮੈਸ਼ ਟਾਈਪ ਹੁੰਦੀ ਹੈ, ਦੈਟ ਇਜ਼ ਬ੍ਰੇਡ ਸ਼ੀਲਡ ਕਹਿੰਦੇ ਆ ਜਿਹਨੂੰ। ਉਸ ਤੋਂ ਬਾਅਦ ਅੰਦਰ ਇੱਕ ਫੋਇਲ ਟਾਈਪ ਲੱਗਿਆ ਹੁੰਦਾ ਵਾ, ਫੋਇਲ ਨੂੰ ਕਹਿੰਦੇ ਆ ਫੋਇਲ ਸ਼ੀਲਡ। ਉਸ ਤੋਂ ਬਾਅਦ ਵਾਈਟ ਕਲਰ ਦਾ ਸੋਲਿਡ ਹੁੰਦਾ ਵਾ, ਉਹਨੂੰ ਕਹਿੰਦੇ ਆ ਡਾਇਲੈਕਟ੍ਰਿਕ, ਔਰ ਸੈਂਟਰ 'ਚ ਜਿਹੜੀ ਕਾਪਰ ਵਾਇਰ ਹੁੰਦੀ ਆ ਦੈਟ ਇਜ਼ ਅ ਕੰਡਕਟਰ। ਨੈਕਸਟ ਇਜ਼ ਟਵਿਸਟਡ ਪੇਅਰ ਕੇਬਲਿੰਗ। ਕੇਬਲਸ ਦੇ ਵਿੱਚ ਇੱਕ ਟਾਈਪ ਵੀ ਹੈ ਟਵਿਸਟਡ ਪੇਅਰ ਕੇਬਲਿੰਗ। ਟਵਿਸਟਡ ਪੇਅਰ ਕੇਬਲਿੰਗ ਕਿੱਥੇ ਯੂਜ਼ ਹੁੰਦੀ ਆ, ਇਹ ਯੂਜ਼ ਹੁੰਦੀ ਆ ਫॉर ਵੌਇਸ ਟ੍ਰਾਂਸਮਿਸ਼ਨਸ। ਐਕਚੁਅਲ ਦੇ ਵਿੱਚ ਦਿਸ ਇਜ਼ ਐਨ ਐਗਜ਼ਾਮਪਲ ਆਫ ਟਵਿਸਟਡ ਪੇਅਰ ਕੇਬਲਸ। ਹੁਣ ਜੇ ਇੱਥੇ ਦੇਖੋ ਤਾਂ ਇੱਥੇ ਦੋ ਪੇਅਰਸ ਆਫ ਵਾਇਰਸ ਨੇ ਜਿਹੜੇ ਆਪਸ 'ਚ ਟਵਿਸਟ ਕੀਤੇ ਹੋਏ ਆ। ਮਲਟੀਪਲ ਵਾਇਰਸ ਇੱਕ ਕੇਬਲ ਦੇ ਵਿੱਚ ਯੂਜ਼ ਹੁੰਦੀਆਂ ਨੇ, ਪਰ ਆਪਸ ਦੇ ਵਿੱਚ ਉਹ ਵਾਇਰਸ ਨੇ ਜਿਹੜੀਆਂ ਉਹ ਦੋ ਦਾ ਪੇਅਰਸ ਬਣਿਆ ਹੋਇਆ ਵਾ। ਦੈਟ ਇਜ਼ ਵਾਈ ਦੇ ਆਰ ਨੇਮਡ ਐਸ ਟਵਿਸਟਡ ਪੇਅਰ। ਪੇਅਰਸ ਬਣੇ ਹੋਏ ਆ ਔਰ ਪੇਅਰਸ ਆਪਸ 'ਚ ਕਨੈਕਟ ਕਿਵੇਂ ਕੀਤੇ ਹੋਏ ਆ, ਇੱਕ ਗਰੁੱਪ ਬਣਾਇਆ ਹੋਇਆ ਬਾਈ ਟਵਿਸਟਿੰਗ। ਇਹ ਯੂਜ਼ ਕੀਤੀ ਜਾਂਦੀ ਹੈ ਫॉर ਵੌਇਸ ਟ੍ਰਾਂਸਮਿਸ਼ਨ, ਨੈਟਵਰਕਿੰਗ ਦੇ ਵਿੱਚ। ਔਰ ਇਹਦਾ ਬੈਨੀਫਿਟ ਇਹ ਹੈ ਕਿ ਇਹ ਲਾਈਟਰ ਹੁੰਦੀ ਆ, ਜ਼ਿਆਦਾ ਫਲੈਕਸੀਬਲ ਹੁੰਦੀ ਆ, ਮਲਟੀਪਲ ਕਨੈਕਸ਼ਨਸ ਕਰ ਸਕਦੇ ਆ, ਗ੍ਰੇਟ ਸਪੀਡ ਹੁੰਦੀ ਆ ਔਰ ਇਹ ਈਜ਼ੀ ਟੂ ਇੰਸਟਾਲ ਐਜ਼ ਵੈਲ ਐਜ਼ ਚੀਪ ਹੁੰਦੀ ਆ। ਇਹਦੀਆਂ ਦੋ ਟਾਈਪਸ ਹੁੰਦੀਆਂ ਟਵਿਸਟਡ ਪੇਅਰ ਦੀਆਂ, ਇੱਕ ਹੁੰਦੀ ਆ ਸ਼ੀਲਡਡ ਟਵਿਸਟਡ ਪੇਅਰ, ਇੱਕ ਹੁੰਦੀ ਆ ਅਨਸ਼ੀਲਡਡ ਟਵਿਸਟਡ ਪੇਅਰ। ਸ਼ੀਲਡਡ ਔਰ ਅਨਸ਼ੀਲਡਡ ਮੀਨਸ ਦ ਪ੍ਰੋਟੈਕਸ਼ਨ ਲੇਅਰ ਵੇਰੀਜ਼ ਇਨ ਬੋਥ ਆਫ them। ਸ਼ੀਲਡਡ ਦੇ ਵਿੱਚ ਇੱਕ ਪ੍ਰੋਟੈਕਟਡ ਲੇਅਰ, ਆਊਟਰ ਲੇਅਰ ਯੂਜ਼ ਕੀਤੀ ਜਾਂਦੀ ਹੈ ਤਾਂ ਕਿ ਸਿਗਨਲ ਆ ਜਿਹੜਾ ਉਹ ਬਹੁਤ ਪ੍ਰੀਸਾਈਜ਼ਲੀ ਔਰ ਬਿਨਾਂ ਅਫੈਕਟਡਲੀ ਪਹੁੰਚ ਸਕੇ, ਕਿਉਂਕਿ ਵੌਇਸ ਟ੍ਰਾਂਸਮਿਸ਼ਨ ਆ ਔਰ ਵੌਇਸ ਟ੍ਰਾਂਸਮਿਸ਼ਨ ਦੇ ਵਿੱਚ ਕਾਫੀ ਸਾਰੇ ਲੌਸਸ, ਕਾਫੀ ਸਾਰੇ ਆਊਟਰ ਫੈਕਟਰਸ ਦੇ ਇਫੈਕਟ ਬਹੁਤ ਈਜ਼ੀਲੀ ਹੋ ਜਾਂਦੇ ਆ। ਅਨਸ਼ੀਲਡਡ ਨੂੰ ਆਪਾਂ ਕਹਿ ਸਕਦੇ ਹਾਂ ਵੀ ਆਊਟਰ ਸ਼ੀਲਡ ਪ੍ਰੋਵਾਈਡ ਇੰਨੀ ਜ਼ਿਆਦਾ ਨਹੀਂ ਕੀਤੀ ਗਈ ਹੁੰਦੀ। ਨੈਕਸਟ ਇਜ਼ ਕਨੈਕਟਰਸ। ਕਨੈਕਟਰਸ ਦੇ ਵਿੱਚ ਮੋਸਟ ਇੰਪੋਰਟੈਂਟਲੀ ਯੂਜ਼ ਹੋਣ ਵਾਲਾ ਕਨੈਕਟਰ ਹੈਗਾ RJ45। RJ45 ਕਿੱਥੇ ਯੂਜ਼ ਕਰਦੇ ਆ, ਇਹਨੂੰ ਆਪਾਂ ਟਵਿਸਟਡ ਪੇਅਰ ਕੇਬਲਿੰਗ ਦੇ ਵਿੱਚ ਯੂਜ਼ ਕਰਦੇ ਆ। ਇਹਦਾ ਬੈਨੀਫਿਟ ਇਹ ਆ ਵੀ ਇਹਦੇ ਵਿੱਚ ਆਪਾਂ ਮਲਟੀਪਲ ਵਾਇਰਸ ਕਨੈਕਟ ਕਰ ਸਕਦੇ ਆ ਔਰ ਇਹ ਅੱਗੇ ਜੇ ਆਪਾਂ ਇੱਕ ਸਿਸਟਮ ਨੂੰ 4 ਜਾਂ 8 ਵਾਇਰਸ ਕਨੈਕਟ ਕਰਨੀਆਂ ਹੋਣ ਤਾਂ ਉੱਥੇ ਆਪਾਂ ਟਵਿਸਟਡ RJ45 ਕਨੈਕਟਰ ਯੂਜ਼ ਕਰਾਂਗੇ ਬਾय ਯੂਜ਼ਿੰਗ ਟਵਿਸਟਡ ਪੇਅਰ ਕੇਬਲ।
ਨਾਰਮਲੀ ਇਹ ਫੋਨ ਦਾ ਜਿਹੜਾ ਜੈਕ ਹੁੰਦਾ, ਜੇ ਤੁਸੀਂ ਇੰਟਰਨੈਟ ਜਾਂ ਫੋਨ ਦਾ ਜੈਕ ਦੇਖੋ ਤਾਂ ਇਹਦੀ ਰਿਜ਼ੈਂਬਲੈਂਸ ਆ ਜਿਹੜੀ ਉਹ ਉਹਦੇ ਨਾਲ ਹੁੰਦੀ ਆ, ਉਹਨੂੰ RJ11 ਜੈਕ ਕਹਿੰਦੇ ਆ, ਫੋਨ ਦੇ ਜੈਕ ਨਾਲ ਰਿਜ਼ੈਂਬਲ ਕਰਦਾ ਹੁੰਦਾ, ਪਰ ਇਹ ਕੰਪੈਰੀਟਿਵਲੀ ਇਹ ਆਪਟੀਕਲ ਫਾਈਬਰ ਲਈ ਯੂਜ਼ ਕਰ ਰਹੇ ਆ, ਉਹ ਆਪਾਂ ਨਾਰਮਲੀ ਯੂਜ਼ ਕਰਦੇ ਆ, ਰਿਜ਼ੈਂਬਲੈਂਸ ਸੇਮ ਹੁੰਦੀ ਆ, ਪਰ ਇਹਦਾ ਸਾਈਜ਼ ਆ ਜਿਹੜਾ ਇਟ ਇਜ਼ greater than the RJ11. These are the different types of connectors: LC connector, SC connector, ST connector, MTRJ connector, MUE2000 connector. Types of connectors depend ਕਰਦੇ ਆ ਕਿਹੜਾ ਟਾਈਪ ਆਫ ਸਿਗਨਲ ਆਪਾਂ ਟਰੈਵਲ ਕਰਾਉਣਾ ਔਰ ਕਿਹੜੇ ਡਿਵਾਈਸ 'ਚ ਆਪਾਂ ਕਨੈਕਟ ਕਰਨਾ, ਮੇਨਲੀ ਕਿਸ ਡਿਵਾਈਸ ਦੇ ਵਿੱਚ ਕਨੈਕਟ ਕਰਨਾ ਵਾ, ਇਹ ਚੀਜ਼ ਫੈਕਟਰ ਕਰਦੀ ਆ। Thank you.